ਇਹੋ ਜਿਹੇ ਬੰਦੇ ਨੂੰ ਬੰਦਾ ਐਵੇਂ ਪੁੱਛੀ ਜਾਂਦਾ ਤੂੰ ਜੇਲੋਂ ਕਦੋਂ ਆਇਆ। ਬਾਬੇ ਨੇ ਸਾਰੀ ਜ਼ਿੰਦਗੀ ਗੁਨਾਹ ਵੀ ਕੋਈ ਨਹੀਂ ਕੀਤਾ, ਫਿਰ ਚੋਰਾਂ ਵਰਗੀ ਸ਼ਕਲ। ਲੋ ਫਿਰ ਤੁਹਾਨੂੰ ਮੁਬਾਰਕ ਹੋਵੇ, ਫਸਲ ਤੇ ਨਸਲ ਨਹੀਂ ਜੀ ਵਿਕਣੀ। ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ अस्सलाम वालेकुम। नाज़रीन मैं तुहाडा खादम कॉमेडियन नईम शौकी बहुत अच्छा शो लैके हाज़र होया जिहदा नाम है बदतमीज़ियां। अज असीं फिर पहुंचे हैं इजाज़ फखरी दे आस्थाने दे सारे कॉमेडियनां दे नाल। बड़ा मज़ा आएगा मेरे नाल रहना। ते दोस्तों गाज़ियाबाद एक बड़ा प्यारा इलाका जिथे बड़े बड़े वधिया फनकार सिंगर सुपरस्टार जिन्होंने तुसीं देखिया जिन्होंने तुहाडे दिलों ते हुकूमत की है। एक ऐसे उस्ताद ऐसे फनकार ਅਸੀਂ ਬਹੁਤ ਕੁਝ ਉਹਨਾਂ ਕੋਲ ਸਿੱਖਿਆ। ਅੱਲਾਹ ਪਾਕ ਨੂੰ ਜੰਨਤ 'ਚ ਜਗ੍ਹਾ ਦੇਵੇ। ਨਸ਼ੀਲਾ ਸਾਹਿਬ ਉਹਨਾਂ ਦੇ ਬੇਟੇ ਸਾਡੇ ਨਾਲ ਨੇ, ਜ਼ਰੂਰ ਵੱਡੀ ਕਲੈਬ ਹੋਣੀ ਚਾਹੀਦੀ। ਸ਼ਾਨੀ ਨਸ਼ੀਲਾ ਸਾਹਿਬ ਜੀ अस्सलाम वालेकुम। ਵਾਲੇਕੁਮ ਸਲਾਮ ਜੀ। ਬੜਾ ਅੱਛਾ ਲੱਗ ਰਿਹਾ ਜੀ ਨਈਮ ਭਾਈ ਤੁਹਾਡੇ ਇਸ ਪ੍ਰੋਗਰਾਮ ਤੇ ਆ ਕੇ, ਤੇ ਤੁਸੀਂ ਵੀ ਸਾਨੂੰ ਇਸ ਪ੍ਰੋਗਰਾਮ ਦਾ ਅੱਜ ਹਿੱਸਾ ਬਣਾਇਆ ਤੇ ਸਾਡੇ ਬਜ਼ੁਰਗਾਂ ਨੂੰ ਯਾਦ ਰੱਖਿਆ, ਬਲਕਿ ਆਪਣੇ ਬਜ਼ੁਰਗਾਂ ਨੂੰ ਤੁਸੀਂ ਯਾਦ ਰੱਖਿਆ। ਸਾਡੇ ਬਜ਼ੁਰਗ ਨੇ, ਸਾਡੇ ਉਸਤਾਦ ਜੀ ਨੇ। ਅਸੀਂ ਆਰਫ ਵਾਲੇ ਕੰਮ ਕਰਨ ਜਾਣੇ ਸਾਂ ਜਾਂ ਸਾਈ ਵਾਲੀਆ ਮੁਲਤਾਨ, ਤੇ ਕਿਸੇ ਨੂੰ ਕਹਿਣਾ ਯਾਰ ਅਸੀਂ ਗਾਜ਼ੀਆਬਾਦ ਦੇ, ਤੇ ਉਹਨਾਂ ਕਹਿਣਾ ਜਿੱਥੋਂ ਦੇ ਨਸ਼ੀਲਾ ਸਾਹਿਬ ਨੇ। ਕੀ ਬਾਤ, ਬੜਾ ਵੱਡਾ ਕ੍ਰੈਡਿਟ। ਮੈਂ ਕਹਾਂਗਾ ਸਾਡੀ ਖੁਸ਼ਕਿਸਮਤੀ ਕਿ ਸਾਨੂੰ ਇੰਨੇ ਅੱਛੇ ਉਸਤਾਦ ਮਿਲੇ। ਅਮਾਨ ਸਾਹਿਬ, ਨਸ਼ੀਲਾ ਸਾਹਿਬ, ਸ਼ੌਕੀ ਖਾਨ ਸਾਹਿਬ, ਅਸ਼ਰਫ ਰਾਈ ਸਾਹਿਬ, ਸਾਰੇ ਇੱਥੇ ਬੈਠਦੇ ਰਹੇ। ਬੇਸ਼ੱਕ ਤਕਰੀਬਨ ਫਖਰੀ ਸਾਹਿਬ ਦੇ ਆਸਤਾਨੇ ਦੇ ਬੜਾ ਇੱਕ ਮਜਮਾ ਹੁੰਦਾ ਸੀ, ਬੜੀ ਇੱਕ ਰੌਣਕ ਮੇਲਾ ਹੁੰਦਾ ਸੀ। ਬਿਲਕੁਲ ਫਖਰੀ ਸਾਹਿਬ ਦੇ ਇਸ ਡੇਰੇ ਦੇ ਉੱਤੇ ਫਖਰੀ ਸਾਹਿਬ ਨੂੰ ਆਜ਼ਾਦ ਹਾਸਿਲ ਹੈ ਕਿ ਉਹਨਾਂ ਨੇ ਬਹੁਤ ਸਾਰੇ ਫਨਕਾਰਾਂ ਨੂੰ ਇਕੱਠਿਆਂ ਕਰਨਾ ਹੁੰਦਾ ਸੀ। ਮੈਂ ਗੱਲ ਕਹਿਣਾ ਚਾਹਾਂਗਾ ਕਿ ਫਨਕਾਰ ਤੇ ਡੱਡੂ ਇਕੱਠੇ ਕਰਨੇ ਇਹ ਦੋਵੇਂ ਬੜਾ ਮੁਸ਼ਕਿਲ ਹੈ। ਵਾਹ ਠੀਕ ਹੈ। ਅੱਛਾ ਡੱਡੂ ਕਿਸ ਕਿਸਮ ਦਾ ਕਿ ਚਾਈਨਾ ਦਾ ਵੀ ਇੱਕ ਮੇਰੇ ਕਰੀਬ ਜਿਹੜਾ ਪੈ ਰਿਹਾ ਮੈਂ ਤੁਹਾਨੂੰ ਦੱਸਦਾ। ਇਹਦਾ ਮਤਲਬ ਇਹ ਤੁਹਾਨੂੰ ਤੇ ਫਿਰ 2-3 ਕਰੀਬ ਪੈ ਰਹੇ। ਔਰ ਇਹ ਪਹਿਲਾ ਡੱਡੂ ਜਿਹੜਾ ਪਾਣੀ 'ਚ ਰਹਿੰਦਾ ਇਹਨੂੰ ਇੰਨੀ ਗਰਮੀ ਲੱਗਦੀ ਫਿਰ ਟਿੰਡ ਕਰਾਈ। ਅੱਛਾ ਕੀ ਇਹਦੀ ਜ਼ਿੰਦਗੀ ਹੈਗਾ ਡੱਡੂ ਏ ਲੇਕਿਨ ਪਿਆਰ ਨਾਲ ਕੱਛੂ ਘੁਮਾ ਕਹਿੰਦੇ ਨੇ। ਸੋਨੇ ਦੇ ਡੱਡੂ ਨੂੰ ਕਹਿ ਰਹੇ ਕਿ ਮਿੱਟੀ ਦੇ ਡੱਡੂ ਨੂੰ ਕਹਿ ਰਹੇ। ਚਲੋ ਅਸੀਂ ਤਾਂ ਡੱਡੂ ਆ, ਇਹ ਦੋਵੇਂ ਡੱਡੀਆਂ ਨੇ, ਡੱਡੀਆਂ ਨਿੱਕੀਆਂ। ਅੱਛਾ ਕੋਈ ਘਰ ਵਾਲਾ ਵੀ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਹੀ ਫਿਰੀ ਜਾਏਗਾ। ਤੇ ਖਾਸ ਸਾਹਿਬ ਤੁਹਾਨੂੰ ਸਪੈਸ਼ਲੀ ਬੁਲਾਇਆ ਅਸੀਂ। ਜੀ ਜੀ ਬਿਲਕੁਲ ਜੀ। ਤੇ ਨਸ਼ੀਲਾ ਸਾਹਿਬ ਨੇ ਬਹੁਤ ਕੰਮ ਕੀਤਾ। ਬੇਸ਼ੱਕ ਜੀ। ਬੜੀਆਂ ਕੰਟਰੀਆਂ 'ਚ ਵੀ ਹੋ ਗਏ। ਬੇਸ਼ੱਕ ਬੇਸ਼ੱਕ ਬਹੁਤ ਸਾਰਾ ਕੰਮ ਕੀਤਾ ਉਹਨਾਂ ਨੇ ਪਾਕਿਸਤਾਨ ਲਈ, ਤੇ ਪਾਕਿਸਤਾਨ ਤੋਂ ਬਾਹਰ ਜਾ ਕੇ ਵੀ ਆਪਣੇ ਫਨ ਦਾ ਜਿਹੜਾ ਲੋਹਾ ਉਹ ਮਨਵਾਇਆ। ਤੇ ਮੈਂ ਕਹਿੰਦਾ ਵਾਂ ਕਿ ਉਹ ਜਿਹੜੇ ਲੋਕ ਸਨ ਉਹਨਾਂ ਨੇ ਆਪਣੇ ਕੰਮ ਨਾਲ ਬੜੀ ਮੁਹੱਬਤ ਕੀਤੀ ਤੇ ਬੜੇ ਹੀ ਸੱਚੇ ਦਿਲ ਨਾਲ ਆਪਣੇ ਕੰਮ ਨੂੰ ਨਿਭਾਇਆ। ਤੇ ਅੱਜ ਦਾ ਇਸ ਗੱਲ ਦਾ ਨਤੀਜਾ ਹੈ ਕਿ ਤੁਸੀਂ ਉਹਨਾਂ ਨੂੰ ਆਪਣੇ ਪਿਆਰ 'ਚ ਆਪਣੀਆਂ ਯਾਦਾਂ 'ਚ ਯਾਦ ਰੱਖਦੇ ਹੋ, ਉਹਨਾਂ ਨੂੰ ਪਿਆਰ ਨਾਲ ਯਾਦ ਰੱਖਦੇ ਹੋ, ਤੇ ਉਹ ਵੀ ਤੁਹਾਨੂੰ ਯਾਦ ਆਉਂਦੇ ਰਹਿੰਦੇ ਨੇ ਕਿਉਂਕਿ ਉਹਨਾਂ ਦੀ ਤੁਹਾਡੇ ਨਾਲ ਮੁਹੱਬਤ ਬਹੁਤ ਜ਼ਿਆਦਾ ਸੀ, ਤੁਹਾਡੀ ਕੁਰਬਤ ਬਹੁਤ ਰਹੀ ਉਹਨਾਂ ਦੇ ਕੋਲ। ਸਰ ਉਹ ਸਾਡੇ ਦਿਲਾਂ 'ਚ ਵਸਦੇ ਨੇ। ਤੁਸੀਂ ਬੜੀ ਖਿਦਮਤ ਕੀਤੀ ਨਈਮ ਭਾਈ, ਇਹਦਾ ਅਜਰ ਤੁਹਾਨੂੰ ਮੇਰਾ ਅੱਲਾ ਦੇਗਾ ਕਿਉਂਕਿ ਜਿੰਨੇ ਖਿਦਮਤ ਕੀਤੀ ਹੁੰਦੀ ਉਹਦਾ ਅਜਰ ਮਾਲਕ ਉਹਨੂੰ ਦਿੰਦਾ ਹੈ। ਤੇ ਨਈਮ ਭਾਈ ਲਈ ਜ਼ੋਰਦਾਰ ਤਾਲੀਆਂ ਹੋਣੀਆਂ ਚਾਹੀਦੀਆਂ ਇਹਨਾਂ ਦੇ ਪ੍ਰੋਗਰਾਮ ਲਈ। ਅੱਛਾ ਨਸ਼ੀਲਾ ਸਾਹਿਬ ਨਾ 24 ਘੰਟੇ ਦੇ ਉਸਤਾਦ ਤੇ ਜੌਲੀ ਆਦਮੀ। ਜੀ ਜੀ। ਮੈਂ ਇਹਨੂੰ ਕਹਿੰਦੇ ਮੇਰੇ ਕੋਲ ਮੋਟਰਸਾਈਕਲ ਸੀ, ਗੱਡੀ ਨਹੀਂ ਸੀ ਹੈਗੀ। ਜੀ ਜੀ ਬਿਲਕੁਲ। ਚੱਲ ਅਮਰਾ ਮੈਨੂੰ ਕਹਿੰਦੇ ਨੇ ਬੇਟੇ ਮੈਨੂੰ ਜਾਣ ਲੱਗਾ ਘਰ ਲੈ ਜੀ। ਮੈਂ ਕਿਹਾ ਚਲੋ ਭਾਜੀ ਕਹਿੰਦੇ ਨੇ 10 ਮਿੰਟ ਬਾਅਦ ਚੱਲਨੇ। ਮੈਂ ਕਿਹਾ ਚਲੋ ਭਾਜੀ ਕਹਿੰਦੇ ਨੇ 20 ਮਿੰਟ ਬਾਅਦ ਚੱਲਨੇ। ਉਧਰੋਂ ਮੇਰਾ ਡਰਾਮਾ ਸ਼ੁਰੂ ਹੋ ਗਿਆ। ਕਹਿੰਦੇ ਚੱਲ ਬੇਟੇ ਹੁਣ ਚੱਲੀਏ। ਮੈਂ ਕਿਹਾ ਭਾਜੀ ਮੇਰਾ ਡਰਾਮਾ ਸ਼ੁਰੂ ਹੋ ਗਿਆ। ਕਹਿੰਦੇ ਬੇਟੇ ਇਹਦੇ ਤੈਨੂੰ ਸਰਦੀਆਂ ਵਾਲੀ ਨਹੀਂ ਮਿਲੀ। ਆਏ ਕਿ ਗੱਡੀ ਨਹੀਂ ਮਿਲੀ ਰਦੀਦ ਹੋ ਗਿਆ। ਯਾਨੀ ਮੋਟਰਸਾਈਕਲ ਤੇ ਕਾਫੀ ਬਿਜ਼ੀ ਹੋਏ ਨੇ। ਤੇ ਖਾਸ ਮੈਂ ਜ਼ਰੂਰ ਕਹਾਂਗਾ ਸਪੈਸ਼ਲੀ ਤੁਸੀਂ ਸਿੰਗਰ ਬਹੁਤ ਅੱਛੇ ਹੋ ਸਰ ਤੁਹਾਡੀ ਮੁਹੱਬਤ ਇੱਕ ਜ਼ੋਰਦਾਰ ਕਲੈਪ ਹੋਣੀ ਚਾਹੀਦੀ ਕੋਈ ਅੱਛੀ ਪੰਜਾਬੀ ਹੈ। ਪੰਜਾਬੀ ਨਹੀਂ ਅਗਰ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਤਾਂ ਮੈਂ ਕਹਾਂਗਾ ਕਿ ਮੈਂ ਉਹਨਾਂ ਦਾ ਹੀ ਐਜ਼ ਯੂ ਲਾਈਕ ਉਹਨਾਂ ਦਾ ਇੱਕ ਛੱਲਾ ਇੱਕ ਐਟਮ ਸੀ ਜਿਹੜਾ ਉਹਨਾਂ ਨੇ ਸ਼ੌਕਤ ਅਲੀ ਸਾਹਿਬ ਦਾ ਛੱਲਾ ਬਹੁਤ ਇਸਤੇਮਾਲ ਕੀਤਾ ਤੇ ਉਹਨੂੰ ਇਸ ਤਰੀਕੇ ਦਾ ਪਰਫਾਰਮ ਕੀਤਾ ਕਿ ਉਹ ਛੱਲਾ ਕੁਝ ਉਹਨਾਂ ਦੀ ਵੀ ਪਹਿਚਾਨ ਬਣ ਗਿਆ। ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉਸ ਤਰ੍ਹਾਂ ਦਾ ਨਹੀਂ ਗਾ ਪਾਵਾਂਗਾ ਲੇਕਿਨ ਸਾਰੇ ਮੇਰੇ ਬਜ਼ੁਰਗ ਵੀ ਨੇ ਮੇਰੇ ਉਸਤਾਦ ਵੀ ਨੇ ਕਿਉਂਕਿ ਇਹਨਾਂ ਨੇ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਨੇ। ਚੈੱਕ ਕਰੋ। ਨਹੀਂ ਅਸੀਂ ਤੇ ਉਸਤਾਦਾਂ ਦੀਆਂ ਮਾਰਾਂ ਖਾਧੀਆਂ ਨਾ, ਇਹਨਾਂ ਨੇ ਘਰਾਂ 'ਚੋਂ ਬਹੁਤ ਮਾਰਾਂ ਖਾਧੀਆਂ ਨੇ। ਅੱਛਾ ਮੇਰੀ ਇੱਕ ਗੱਲ ਸੁਣ ਜੀ ਜੀ ਯਾਰ ਇੱਕ ਪ੍ਰੋਗਰਾਮ ਬਣਨ ਡਿਆ ਕਿ ਅਗਰ ਨਸ਼ੀਲਾ ਸਾਹਿਬ ਇਹਨਾਂ ਨੂੰ ਸੱਦਣ ਤੇ ਤੈਨੂੰ ਕੋਈ ਇਤਰਾਜ਼ ਤਾਂ ਨਹੀਂ? ਤੁਸੀਂ ਇਹਨਾਂ ਦੀ ਗੱਲ ਕਰਦੇ ਮੈਂ ਤੁਹਾਨੂੰ ਨਹੀਂ ਰੋਕਣਾ।
ਤੁਹਾਡਾ ਤੇ ਮੂੰਹ ਹੀ ਇੰਜ ਜਿਵੇਂ ਹੁਣ ਗਏ ਤੂੰ ਵੀ ਰਾਸ ਚੋਂ ਲੰਘਣਾ ਹੈ। ਹਾਂ। ਅੱਲਾ ਨੇ ਖੈਰ ਰੱਖੀ ਤੇ हाँ अच्छा बाबा ने सारी जिंदगी गुनाह भी कोई नहीं किया फिर चोरार की शक्ल है। ਔਰ ਐਡਾ ਮਨਜ਼ੂਰੀ ਵਾਲਾ ਚੋਰ ਹੀ ਅੱਛਾ ਜੀ। ਕੋਲੋਂ ਲੰਘੇ ਤੇ ਤਾਲਾ ਆਪੇ ਖੁੱਲ ਜਾਂਦਾ ਕਿ ਲੈ ਜਾਓ ਜੀ ਦਾ ਇਹੋ ਜਿਹੇ ਸਿਰਫ ਕੁੱਤਾ ਚੋਰ ਹੁੰਦੇ ਨੇ। ਲੈ, ਆਪਣੀ ਗੱਲ ਕਰੋ ਵਿੱਚ ਭਾਂ ਭੋਲਣ ਨੂੰ ਲਿਆਓ ਲਓ ਜੀ ਗਾਣਾ ਗਾਣਾ ਖਾਸ ਤੁਹਾਨੂੰ ਮੈਂ ਉਹਨਾਂ ਦਾ ਇੱਕ ਛੱਲਾ ਜੀ ਜ਼ਰੂਰ ਜਾਵੋ ਨੀ ਕੋਈ ਮੋੜ ਲੈ ਆਵੂ ਨੀ ਮੇਰੇ ਨਾਲ ਗਿਆ ਜੇ ਲੜਕੇ ਅੱਲਾ ਕਰੇ ਜੇ ਆਵੇ ਸੋਣਾ ਤੇ ਦੇਵਾ ਜਾਣ ਕਦਮਾਂ ਵਿੱਚ ਤਰੀ ਕੇ ਲੋਏ ਲੋਏ ਪਰ ਲੈ ਕੁੜੀ ਲੋਏ ਲੋਏ ਪਰ ਲੈ ਕੁੜੀ ਜੇ ਦੁੱਧ ਪਾਂਡਾ ਪਰਨਾ ਸ਼ਾਮ ਪਈ ਬਿਨ ਸ਼ਾਮ ਮੁਹੰਮਦ ਤੇ ਕਰ ਜਾਂਦੀ ਨੇ ਡਰਨਾ ਤੇ ਕਰ ਜਾਂਦੀ ਨੇ ਡਰ ਜੀ ਬਹੁਤ बहुत अच्छी शानी साहब की डराया जी ਮੈਂ ਸ਼ੁਕਰ अजी ते अगे साडा अगला डर नहीं लथ रहा ਉਹ ਕੈਸਾ ਕਲਾਮ ਸੁਣਾਇਆ ਹੈ ਤੁਸੀਂ ਸਾਨੂੰ ਕਵਰ ਯਾਦ ਕਰਾ ਦਿਓ। ਬਲਕਿ ਕਮਰਾਂ ਦਾ ਬਿੱਜੂ ਯਾਦ ਕਰਾ ਦਿੱਤਾ अच्छा ਇਹੋ ਜਿਹੇ ਬੰਦੇ ਨੂੰ ਬੰਦਾ ਇਹ ਵੀ ਪੁੱਛੀ ਜਾਂਦਾ ਤੂੰ ਜੇਲ੍ਹੋਂ ਕਦੋਂ ਆਇਆ ਉਹ ਕਿੰਨੇ ਤੇਰੀ ਜ਼ਮਾਨਤ ਕਰਾਈ ਹੈ ਇਹੋ ਜਿਹੇ ਬੱਚੇ ਨੂੰ ਪੁੱਛਦੇ ਤੇਰਾ ਅੱਬੂ ਕਿਸ ਤਰ੍ਹਾਂ ਮਰਿਆ ਸੀ ਖੋਤੇ ਥੱਲੇ ਆ ਕੇ। ਪਾਵੇਲ ਤੇ ਦੇਖ ਲੋ ਖੋਤਾ ਆਪ ਦੱਸਣ ਦੇ ਆ ਸ਼ੌਕੀ ਸਾਹਿਬ ਇਹੋ ਜਿਹਾ ਮੁਰਦਾ ਜੰਨਤ ਚ ਵੀ ਚਲਾ ਜਾਏ ਨਾ ਹਾਂਜੀ। ਉਹਨੂੰ ਫਲ ਨੂੰ ਹੱਥ ਲਾਉਣ ਨਹੀਂ ਦਿੰਦੇ ਅਗਲੇ। ਇਹੋ ਜਿਹਾ ਬਾਬਾ ਮਰ ਜਾਏ ਜੰਨਤ ਚਿੱਤਰ ਖਾਂਦਾ ਜਾ ਕੇ क्यों ਦੁੱਧ ਵਾਲੀ ਨਹਿਰ ਦਹੀਂ ਪਾ ਕੇ ਜਾਗ ਲਾਤੀ ਇਹੋ ਜਿਹਾ ਬੰਦਾ ਖੁਸਰੇ ਦੇ ਰੋਹ ਪਾ ਕੇ ਪੈਸੇ ਲੈਂਦਾ ਪ੍ਰਵੀਨ ਮੇਰਾ ਹਿੱਸਾ ਕੱਢ ਦੇ ਮੈਨੂੰ ਤੇਰੇ ਠੁਮਕੇ ਨਾ ਠੰਡੇ ਕਰਨੇ ਪੈਣ ਇਹੋ ਜਿਹੇ ਕਹਿੰਦੇ ਮੇਰੇ ਪਿਓ ਨੇ 7 ਖੁਸਰੇ ਗਿਰਵੀ ਲਏ ਨੇ ਤੇ ਤੂੰ ਮੁਖਤ ਹੀ ਹਿੱਸਾ ਲਈ ਜਾਂਦੇ। ਇਹੋ ਜਿਹਾ ਬੰਦਾ ਕੁਛ ਖਾਵੇ ਨਾ ਸਿਰ 'ਚ ਖੁੱਸੇ ਮਾਰ ਕੇ ਹਜ਼ਮ ਕਰਦਾ ਮੁਖੜਾ ਸਾਹਿਬ ਵਰਗੇ ਬੰਦੇ ਨੂੰ ਪੁੱਛੋ ਨਾ ਯਾਰ ਤੂੰ ਬੰਗਲਾਦੇਸ਼ ਕੀ ਲਗਾ ਹੈ ਐ ਜੀ ਮੈਂ ਗੰਦ ਦਾ ਵਜ਼ੀਰ ਹਾਂ ਜੀ ਗੰਦ ਦਾ ਇਹ ਕੋ ਪੁੱਛੇ ਨੇ ਵੀ ਕਿਹੜਾ ਗੰਦ ਐ ਵਾਲਾ ਅੱਛਾ ਭਾ ਨੂੰ ਬੜੀ ਮੌਜ ਹੈਗੀ ਅੱਛਾ ਜੀ ਇਹ ਜਿੱਥੇ ਮਰਜ਼ੀ ਚੱਲ ਜਾਣਾ ਦੁਨੀਆ ਦੇ ਜਿਹੜੇ ਮਰਜ਼ੀ ਤਖਤੇ ਤੇ ਇਹ ਸੁੱਤਾ ਵੇ ਲੋਕ ਇਹਦੀ ਮੰਜੀ ਥੱਲੇ ਕੂੜਾ ਰੱਖ ਕੇ ਨਿਕਲ ਜਾਂਦੇ ਨੇ ਉਹ ਇਹਨਾਂ ਦੇ ਘਰ ਕਿਤੇ ਸਹਾਈ ਆ ਗਿਆ ਨਾ ਉਹਨੇ ਬੈਲ ਦਿੱਤੀ ਬਾਹਰ ਨਿਕਲ ਮੂੰਹ ਕੱਢ ਕੇ ਕਹਿੰਦਾ ਕੀ ਹੈ ਭਾਈ ਕਹਿੰਦਾ ਕੂੜਾ ਫੜਾ ਦਿਓ ਕਹਿੰਦਾ ਇੰਨਾ ਕੁ ਹੈਗਾ ਸੀ ਨਿਆਣੇ ਖਾ ਗਏ ਇਹ ਜੇ ਚੂੜਾ ਖੁਸ਼ ਪਤਾ ਕਿਹੜੇ ਦਿਨ ਹੁੰਦਾ ਹੈ ਹਾਂ। ਜਿੱਦਣ ਕੜੇ ਵਾਲਾ ਝਾੜੂ ਮਨਜ਼ੂਰ ਹੁੰਦਾ ਇਹਦਾ ਉਹ ਵੀ ਸਾਡੇ ਭਰਾ ਨੇ ਉਹ ਵੀ ਸਾਡੇ ਭਰਾ ਨੇ ਮਜ਼ਾਕ ਤੇ ਹੁੰਦਾ ਹੀ ਰਹੇਗਾ ਸਮਝ ਗਏ ਸ਼ਾਹ ਸਾਹਿਬ ਆਏ ਨੇ ਉਹਨਾਂ ਕੋਲ ਕੁਝ ਪਹਿਲਾਂ ਸੁਣੋ ਤਾਂ ਸਹੀ ਕੀ ਖਿਆਲ ਸੁਣ ਲੈਨੇ ਸਾਡੇ ਕੋ ਕਿਤੋਂ ਕਿਸੇ ਸੰਤਰਤ ਤੋਂ ਪੈਗਾਮ ਲਿਆਏ ਨੇ ਵਾਹ ਵਾਹ ਦਿਓ ਜਰਾ ਸੁਣ ਲੈ ਲੇਖ ਹੀ ਹੋਇਆ ਸਾਡੇ ਕਹਿੰਦਾ ਬਾਸ ਅੱਜ ਤੂੰ ਲੋਕਾਂ ਕੋ ਸਿਗਟਾਂ ਨਹੀਂ ਮੰਗੀਆਂ ਜਿਹੜਾ ਤੇਰਾ ਤਲਫਜ਼ ਨਹੀਂ ਸਹੀ ਹੋ ਰਿਹਾ ਹੋ ਜਾਂਦਾ ਕਿਤੇ ਜਾਣਾ ਹੋ ਜਾਂਦਾ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਵੀ ਮਾਸ਼ਾਅੱਲਾ ਹਾਂ ਇਹ ਤੋਂ ਤੇ ਲੋਕਾਂ ਨੂੰ ਹਸਾਨ ਆਏ ਹੋ ਤੁਸੀਂ ਰਵਾਨ ਤੇ ਨਹੀਂ ਆਏ ਗੁਲਾਮ ਬਾਗ ਅੱਛਾ ਇਹੋ ਜਿਹਾ ਬੰਦਾ ਸੀਰੀਅਸ ਗੱਲ ਸੁਣਾ ਰਿਹਾ ਮੇਰਾ ਅਗਲਾ ਹੱਸੇ 'ਚ ਪੈ ਜਾਂਦਾ ਨਹੀਂ ਮੈਂ ਤੁਹਾਡੇ ਲੋਕਾਂ 'ਚ ਕਦੀ ਬੈਠਾ ਨਹੀਂ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਇਹੋ ਜਿਹੇ ਹੈ ਵਰਦੀਆਂ ਇੱਕੋ ਜਿਹੀਆਂ ਇਹੋ ਜਿਹੇ ਦੋਵੇਂ ਗਾਰਡ ਸਲਾਹ ਪਏ ਹੁੰਦੇ ਨੇ ਹਰ ਕੀ ਮਹੀਨੇ ਵੀ ਸਾਨੂੰ ਘਰੇ ਦੇਣ ਕੇ ਨਾਲ ਦੇ ਇਹੋ ਜੇ ਦੋ ਵਕੀਲ ਟਾਈਮ ਨਾ ਜਾ ਰਿਹਾ ਇਹ ਗੱਲ ਬੈਠ ਕਰੋ ਇਹੋ ਇਹ ਗੱਲ ਸਾਥ ਦੁਬਾਰਾ जी शानी साहब ਮੈਂ हाँ जी ਕਾ ਗੌਰ ਕਰੋ ਇੱਕੋ ਜਿਹੀਆਂ ਵਰਦੀਆਂ ਇਹੋ ਜਿਹੇ ਦੋਵੇਂ ਗਾਰਡ ਸਲਾਹ ਹੀ ਪਏ ਹੁੰਦੇ ਨੇ ਪਤਾ ਨਹੀਂ ਯਾਰ ਹਰ ਕੀ ਮਹੀਨੇ ਵੀ ਸਾਨੂੰ ਤਨਖਾਹ ਮਿਲੇਗੀ ਕਿ ਨਹੀਂ ਮਿਲੇਗੀ ਸ਼ੌਕੀਆ ਗਾਰਡ ਨੇ ਅੱਛਾ ਮੁਕੜਾ ਸਾਹਿਬ ਵਰਗਾ ਬੰਦਾ ਕਹਿੰਦਾ 10 ਮਹੀਨੇ ਹੋ ਗਏ ਮੈਨੂੰ ਤਨਖਾਹ ਨਹੀਂ ਮਿਲੀ ਮੈਂ 3 ਸਾਲ ਹੋਰ ਵੇਖਣਾ ਫਿਰ ਮੈਂ ਜੌਬ ਛੱਡ ਦੇਣੀ ਇਹ
ਬੇਵਾਹਦ ਪਰਸਨੈਲਿਟੀ ਹੈ। ਸਫਾਈ ਕਰਨ ਵਾਲਾ ਕਹਿ ਰਿਹਾ ਹੁੰਦਾ ਪਰ ਹੋਇਆ ਕਿੰਨੀ ਸਮੈਲ ਆ ਰਹੀ ਤੇਰੇ ਕੋਲ। ਸਾਡੇ ਦੋਵਾਂ ਦੀ ਗੱਲ ਹੋਣ ਰਹੀ ਏ। ਮੈਂ ਤੁਹਾਡੇ ਨਾਲ ਹੀ ਨਹੀਂ। ਮੈਂ ਉਦੋਂ ਦਾ ਤੁਹਾਡੇ ਲਾਗੇ ਬੈਠਾ। ਓਏ ਇੱਕ ਮਿੰਟ ਠਹਿਰੋ, ਦੋ ਚ ਗੱਲ ਆਈਏ ਕੋਈ। ਅੱਛਾ ਗੰਦ ਵਾਲੇ ਟਰੱਕ ਤੇ ਬਹਿ ਕੇ ਸੇਰੇ ਲਾ ਕੇ ਤੇ ਲੋਕਾਂ ਨੂੰ ਸਲਾਮ ਕਰਦਾ ਫਿਰਨ ਡਿਆ। ਬਾਬਾ ਜੀ ਤੁਹਾਡੇ ਮੂੰਹ ਦੀ ਸਿਫਤ ਨਹੀਂ, ਤੁਸੀਂ ਆਪਣੇ ਕੰਮ ਦੇ ਰਾਵਣ ਹੋਏ ਹੋ। ਇਹੋ ਜਿਹੇ ਬੰਦੇ ਕੋ ਕੂੜਾ ਜ਼ਿਆਦਾ ਇਕੱਠਾ ਹੋਇਆ ਨਾ ਤੇ ਗਾਨਾ ਬਣ ਕੇ ਖੁਸ਼ੀ ਮਨਾਉਂਦਾ। ਇਹੋ ਜਿਹੇ ਬੰਦੇ ਨੂੰ ਪੂਰਾ ਮੇਲਾ ਲੱਭ ਰਿਹਾ ਹੁੰਦਾ। ਕਿਉਂ? ਕਿ ਯਾਰ ਤਖਤ ਥੱਲੇ ਬਿੱਲੀ ਮਰੀ ਦੂਰ ਸੁੱਟ ਕੇ ਆਏਗਾ। ਇਹੋ ਜਿਹਾ ਬੰਦਾ ਜ਼ਖਮੀ ਵੀ ਹੋਵੇ ਮੱਖੀ ਨਹੀਂ ਬਹਿ ਰਹੀ ਸੀ, ਏਡੀਆਂ ਵੀ ਗਲੀਜ਼ ਨਹੀਂ। ਗੰਦ ਵਾਲੇ ਟਰੱਕ ਦੇ ਉੱਤੇ ਮੈਯਤ ਲਿਜਾਉਣ ਡਿਆ ਹੁੰਦਾ। ਭਾ ਤੂੰ ਕਿਉਂ ਜਾਣਾ ਉੱਤੇ? ਓ ਯਾਰ ਸਿਰਫ 3 ਵਾਰੀ ਬੈਠਾ ਹੋ। ਚੋਈ ਸਾਹਿਬ ਆਪਣਾ ਕੀ ਮਸਲਾ, ਫਸਲਾਂ 'ਚ ਕੀ ਬੀਜਦੇ ਹੋ, ਕੀ ਚੀਜ਼? ਯਾਰ ਐ ਦਵਾਣੇ ਤੁਰਦੇ ਫਿਰਦੇ ਦਵਾਣੇ। ਲੋ ਫਿਰ ਤੁਹਾਨੂੰ ਮੁਬਾਰਕ ਹੋਵੇ, ਫਸਲ ਤੇ ਨਸਲ ਨਹੀਂ ਜੀ ਵਿਕਣੀ। ਤੁਹਾਡੀ ਫਸਲਾਂ ਨੂੰ ਸੁੰਡੀਆਂ ਪੈ ਗਈਆਂ ਸਮਝੋ। ਉਹ ਬੈਠੀਆਂ ਫਸਲ ਲੱਗੇ। ਤੇ ਨਸਲੀ ਕਈ ਚਵਲ ਖਰੀਦਣ ਵਾਲੇ ਨੇ। ਨਾਲੇ ਇਹ ਮਾਲਕ ਨਹੀਂ ਲੱਗਦੇ, ਇਹ ਮਾਲਕ ਨਹੀਂ ਲੱਗਦੇ। ਫਸਲਾਂ ਦੇ ਵਿੱਚ ਜਿਹੜੀ ਇੰਜ ਕਰਕੇ ਉੱਤੇ ਹਾਂਡੀ ਨਹੀਂ ਰੱਖੀ ਹੁੰਦੀ ਓਏ। ਤੂੰ ਤੇ ਮਾਸ਼ਾਅੱਲਾ ਆਲਮ ਚੱਲਣਾ ਹੈ ਨਾ। ਇਹੋ ਜਿਹੇ ਬੰਦੇ ਚੌਧਰੀ ਨੂੰ ਕਹਿ ਰਹੇ ਨੇ ਭਾ ਤੇਰੀ ਫਸਲ ਨੂੰ ਸੁਣਿਆ ਕੀੜਾ ਪੈ ਗਿਆ, ਮੇਰੇ ਨਾਲ ਠੇਕਾ ਕਰ ਲੈ, ਮੈਂ ਕੱਢ ਲੈਣਾ। ਦੋਸਤੋ ਅੱਜ ਅਸੀਂ ਗਾਜ਼ੀਆਬਾਦ ਸਾਂ, ਫਖਰੀ ਸਾਹਿਬ ਦੇ ਆਸਤਾਨੇ। ਇੰਨੀਆਂ ਜੁਗਤਾਂ ਹੋਈਆਂ ਨੇ ਕਿ ਹੋਸ਼ ਨਹੀਂ ਰਹੀ ਕਿ ਸ਼ੋਅ ਕਿੱਥੋਂ ਕਰਨਾ ਹੈ ਤੇ ਕਦੋਂ ਕਰਨਾ ਹੈ। ਆਉਣ ਵਾਲੇ ਨਵੇਂ ਸ਼ੋਅ ਤੱਕ ਬਦਤਮੀਜ਼ੀਆਂ 'ਚ ਨਈਮ ਸ਼ੌਕੀ ਨੂੰ ਇਜਾਜ਼ਤ ਦਿਓ। ਮਿਲਨੇ ਆ ਨਵੇਂ ਸ਼ੋਅ ਦੇ ਨਾਲ। ਤਾਲੀਆਂ।